ਭੂਰਿਆਂ ਵਾਲੇ ਰਾਜੇ ਕੀਤੇ ਭਾਗ ਤੀਜਾ। ਬੰਦਾ ਸਿੰਘ ਬਹਾਦਰ ਦਾ ਪੰਜਾਬ ਵੱਲ ਆਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰੰਗਜ਼ੇਬ ਦੀ ਮੌਤ ਪਿੱਛੋਂ ਤਖਤ ਦੀ ਪ੍ਰਾਪਤੀ ਲਈ ਉਸ ਦੇ ਪੁੱਤਾਂ ਵਿਚਾਲੇ ਠਣ ਗਈ। ਸਹਿਜ਼ਾਦਾ ਮੌਜ਼ਮ ਜੋ ਪਿੱਛੋਂ ਬਹਾਦਰ ਸ਼ਾਹ ਬਣਿਆ ਨੇ ਆਪਣੀ ਨਿਕਟਵਰਤੀ ਭਾਈ ਨੰਦ ਲਾਲ ਤੇ ਪ੍ਰਸਿੱਧ ਵਜ਼ੀਰ ਮੁਇਨਬ ਖਾਨ ਰਾਹੀਂ ਗੁਰਚਰਨਾਂ ਦੀ ਅਸੀਸ ਪ੍ਰਾਪਤ ਕੀਤੀ। ਬਾਪ ਦੇ ਕੀਤੇ ਤੇ ਪਛਤਾਤਾਪ ਕਰਦਿਆਂ ਅਰਜ਼ ਗੁਜ਼ਾਰੀ, ਜੇ ਸਤਿਗੁਰਾਂ ਦੀ ਅਪਾਰ ਕਿਰਪਾ ਨਾਲ ਰਾਜ ਗੱਦੀ ਉਸ ਨੂੰ ਮਿਲ ਜਾਵੇ ਤਾਂ ਉਹ ਹੱਕ ਇਨਸਾਫ ਤੇ ਚੱਲਦਾ ਹੋਇਆ ਤੋ ਸਭ ਤੋਂ ਉੱਪਰ ਉੱਠ ਕੇ ਹਰ ਧਰਮ ਨੂੰ ਬਰਾਬਰ ਸਮਝ ਕੇ ਬਿਨਾਂ ਰੂਹ ਰਿਆਇਤ ਦੇ ਰਾਜ ਕਰੇਗਾ। ਰਾਜ ਜਨਤਾ ਦੇ ਹਿੱਤ ਪਰਾਇਣ ਹੋਏਗਾ। ਜਿਨ੍ਹਾਂ ਹੁਣ ਤੱਕ ਲੋਕਾਂ ਉੱਤੇ ਤੇ ਖਾਸ ਕਰ ਗੁਰੂ ਘਰ ਦੇ ਨਾਲ ਵਧੀਕੀ ਕੀਤੀ ਹੈ, ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਡੰਨ ਦੇਵੇਗਾ। ਖੂਨ ਡੋਲਣ ਵਾਲੇ ਜ਼ਾਲਮ ਕਸਾਸ ਵਜੋਂ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੇ ਜਾਣਗੇ। ਕਸਾਸ ਦਾ ਅਰਥ ਅਰਬ ਦੇ ਲੋਕਾਂ ਵਿੱਚ ਕਾਤਲ ਨੂੰ ਕਤਲ ਹੋਣ ਵਾਲੇ ਦੇ ਵਾਰਸਾਂ ਸਪੁਰਦ ਕੀਤਾ ਜਾਂਦਾ ਸੀ। ਵਾਰਸ ਚਾਹੁਣ ਤੇ ਉਸ ਨੂੰ ਕਤਲ ਕਰ ਦੇਣ ਜਾਂ ਖੂਨ ਬਹਾ ਖੂਨ ਦੀ ਕੀਮਤ ਲੈ ਲੈਣ, ਜੋ ਸੈਂਕੜੇ ਜਾਂ ਜਿੰਨੇ ਮਿਲ ਜਾਣ ਉਨੇ ਸੈਂਕੜਿਆਂ ਦੀ ਗਿਣਤੀ ਵਿੱਚ ਊਠ ਦੇਵੇ, ਜਾਂ ਆਪਣੀ ਭੈਣ ਧੀ ਜਾਂ ਆਪਣੇ ਖਾਨਦਾਨ ਦੀ ਕੁਵਾਰੀ ਲੜਕੀ ਦਾ ਸਾਕ ਦੇਵੇ ਤਾਂ ਕਾਤਲ ਜ਼ਿੰਦਾ ਬਚ ਸਕਦਾ ਸੀ। ਇਸਲਾਮ ਦਾ ਆਰੰਭ ਹੋਣ ਤੇ ਇਹ ਕਾਨੂੰਨ ਚਾਲੂ ਰਿਹਾ, ਫਿਰ ਇਹ ਸ਼ਰੀਅਤ ਦਾ ਹੀ ਹਿੱਸਾ ਬਣ ਗਿਆ। ਅੱਜ ਵੀ ਅਰਬਾਂ ਵਿੱਚ ਇਹ ਕਾਨੂੰਨ ਜਾਰੀ ਹੈ। ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਸਾਸ ਦੇਣ ਦੀ ਪੇਸ਼ਕਸ਼ ਕੀਤੀ ਸੀ ਤੇ ਵਧੀਕੀਆਂ ਕਰਨ ਵਾਲੇ ਅਫਸਰਾਂ ਤੇ ਰਾਜੇ ਉਹਨਾਂ ਦੇ ਹਵਾਲੇ ਕਰਨ ਦਾ ਸ਼ਰਈ ਵਾਅਦਾ ਕੀਤਾ ਸੀ। ਪਰ ਸਹਾਇਤਾ ਰਾਜ ਪ੍ਰਾਪਤ ਕਰ ਲੈਣ ਪਿੱਛੋਂ ਆਨਾਕਾਨੀ ਕਰਕੇ ਮੁੱਕਰ ਗਿਆ। ਸੂਬਾ ਸਰਹੰਦ ਨੇ ਇਸ ਕਸਾਸ ਤੋਂ ਡਰਦਿਆਂ ਹੀ ਗੁਰੂ ਜੀ ਨੂੰ ਸਾਜ਼ਿਸ਼ ਰਚ ਕੇ ਪੈਂਦੇ ਖਾਂ ਦੇ ਪੁੱਤਰਾਂ ਤੋਂ ਸ਼ਹੀਦ ਕਰਵਾ ਦਿੱਤਾ ਸੀ। ਕਸਾਸ ਫਰਿਸ਼ਤ ਵਿੱਚ ਕਾਜ਼ੀ ਅਬੁਲ ਵਹਾਬ, ਜਲਾਲਦੀਨ ਵਜ਼ੀਦ ਖਾਂ, ਸ਼ਾਸ਼ਲ ਬੇਗ ਦੋਵੇਂ, ਸੁੱਚਾਨੰਦ, ਭੀਮ ਚੰਦ ਬਿਲਾਸਪੁਰੀਏ ਦੇ ਪੁੱਤ, ਅਜਮੇਰ ਚੰਦ ਵਰਗੇ ਪਹਾੜੀ ਰਾਜੇ ਵੀ ਸ਼ਾਮਲ ਸਨ। ਜਜ਼ੀਆ ਬੰਦ ਕੀਤਾ ਜਾਵੇਗਾ। ਜ਼ਬਰਦਸਤੀ ਕਿਸੇ ਦਾ ਧਰਮ ਖੋਹਣਾ ਤੇ ਮੰਦਰ ਢਾਉਣੇ ਮਨਾ ਹੋਵੇਗਾ। ਉਹ 42 ਅਫਸਰ ਤੇ ਰਾਜੇ ਜਿਨ੍ਹਾਂ ਗੁਰੂ ਘਰ ਤੇ ਜ਼ੁਲਮ ਕੀਤਾ ਹੈ, ਗੁਰੂ ਜੀ ਦੇ ਹਵਾਲੇ ਕੀਤੇ ਜਾਣਗੇ। ਗੁਰੂ ਜੀ ਉਹਨਾਂ ਨੂੰ ਡੰਨ ਦੇਣ ਜਾਂ ਬਖਸ਼ ਦੇਣ, ਇਸ ਵਿੱਚ ਕੋਈ ਕਿੰਤੂ ਨਹੀਂ ਕਰੇਗਾ। ਆਦ ਜਿਸ ਮੁਗਲਿਆ ਘਰਾਣੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੈਦ ਕੀਤਾ ਤੇ ਚੱਕੀ ਪਿਸਵਾਈ, ਸ੍ਰੀ ਗੁਰੂ ਅੰਗਦ ਸਾਹਿਬ ਤੇ ਤਲਵਾਰ ਚੁੱਕੀ, ਗੁਰੂ ਅਰਜਨ ਸਾਹਿਬ ਜੀ ਨੂੰ ਸਾਜ਼ਿਸ਼ ਰਚ ਕੇ ਸ਼ਹੀਦ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਮਕਾਉਣ ਲਈ ਹਰ ਯਤਨ ਕੀਤਾ ਅਤੇ ਫੌਜਾਂ ਚਾੜੀਆਂ। ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਇਸ ਲਈ ਸ਼ਹੀਦ ਕੀਤਾ ਕਿ ਉਹਨਾਂ ਨੇ ਬੇਆਸਰਿਆਂ ਤੇ ਮਜ਼ਲੂਮਾਂ ਦੀ ਵਿਖੜੇ ਸਮੇਂ ਬਾਂਹ ਫੜੀ ਸੀ। ਇਸ ਜ਼ੁਲਮ ਦੇ ਤੂਫਾਨ ਨੂੰ ਠੱਲ ਪਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਸਾਰੇ ਪਰਿਵਾਰ ਦੀ ਸ਼ਹਾਦਤ ਦੇਣੀ ਪਈ ਤੇ ਨਾਲ ਹਜ਼ਾਰਾਂ ਸਿੰਘ ਸ਼ਹੀਦ ਹੋਏ। ਆਨੰਦਪੁਰ ਸਾਹਿਬ ਤਬਾਹ ਕੀਤਾ ਗਿਆ ਜਦ ਉਸ ਮੁਗਲ ਘਰਾਣੇ ਦੇ ਬਦਤਰੀਨ ਕਿਸਮ ਦੇ ਜ਼ਾਲਮ ਬਾਦਸ਼ਾਹ ਦਾ ਪੁੱਤ ਗੁਰੂ ਘਰ ਨੂੰ ਬੇਨਤੀ ਕਰਦਾ ਹੈ ਕਿ ਜੇ ਉਸ ਨੂੰ ਸਹਾਇਤਾ ਕਰਕੇ ਰਾਜ ਦਿਵਾ ਦਿੱਤਾ ਜਾਵੇ ਤਾਂ ਉਹ ਬਿਲਕੁਲ ਲੋਕ ਭਲਾਈ ਵਾਲਾ ਰਾਜ ਚਲਾਵੇਗਾ। ਤਾਂ ਇਹ ਗੁਰੂ ਨਾਨਕ ਦੇ ਘਰ ਦੀ ਅਨੋਖੀ ਸ਼ਾਨ ਹੈ ਕਿ ਉਸ ਉੱਤੇ ਵੀ ਬਖਸ਼ਿਸ਼ ਕੀਤੀ ਗਈ। ਐਸੇ ਰਾਜ ਦੀ ਸਥਾਪਤੀ ਲਈ ਉਹਨਾਂ ਵੱਲੋਂ ਸ਼ਸਤਰਧਾਰੀ ਸਿੰਘਾਂ ਦੀ ਫੌਜ ਭੇਜੀ ਗਈ, ਜਿਨ੍ਹਾਂ ਨੇ ਭਰਾਵਾਂ ਵਿਚਕਾਰ ਤਖਤ ਦੀ ਪ੍ਰਾਪਤੀ ਲਈ ਹੋ ਰਹੀ ਜੰਗ ਵਿੱਚ ਸ਼ਾਮਲ ਹੋ ਕੇ ਲੜਾਈ ਦਾ ਪਾਸਾ ਹੀ ਪਲਟ ਦਿੱਤਾ। ਮੁਹੰਮਦ ਮੁਅੱਜ਼ਮ ਦੀ ਜਿੱਤ ਹੋਈ ਅਤੇ ਮੁਹੰਮਦ ਆਜ਼ਮ ਸਿੰਘਾਂ ਹੱਥੋਂ ਮਾਰਿਆ ਗਿਆ। ਮੁਹੰਮਦ ਮੁਅੱਜ਼ਮ ਤਾਜ ਤਖਤ ਦਾ ਮਾਲਕ ਬਣਿਆ ਤੇ ਬਹਾਦਰ ਸ਼ਾਹ ਬਣਿਆ। ਤਖਤ ਤੇ ਬੈਠ ਕੇ ਗੁਰੂ ਮਹਾਰਾਜ ਦਾ ਬਹੁਤ ਸਤਿਕਾਰ ਕੀਤਾ, ਪਰ ਖੁਦਗਰਦੀ ਵਸ ਹੋ ਕੇ ਕੀਤੇ ਕਰਾਏ ਵਾਅਦੇ ਸਭ ਭੁੱਲ ਗਿਆ। ਗੁਰੂ ਮਹਾਰਾਜ ਨੇ ਬਹਾਦਰ ਸ਼ਾਹ ਨੂੰ ਕੋਈ ਸਰਾਪ ਜਾਂ ਬਦ ਦੁਆ ਨਹੀਂ ਦਿੱਤੀ, ਪਰ ਅਹਿਸਾਸ ਜ਼ਰੂਰ ਕਰਾ ਦਿੱਤਾ ਕਿ ਜੇ ਉਹ ਕੁਝ ਕਰਨ ਤੋਂ ਝਿਜਕਦਾ ਤੇ ਆਪਣੇ ਆਪ ਨੂੰ ਅਸਮਰੱਥ ਸਮਝਦਾ ਤਾਂ ਸਮਰੱਥ ਖਾਲਸਾ ਉਸ ਨੂੰ ਉਸ ਦੀਆਂ ਅੱਖਾਂ ਸਾਹਮਣੇ ਹੀ ਕਰ ਵਿਖਾਵੇਗਾ।
दमदमा साहब तलवंडी साबो की गुरु काशी विखे 9 महीने 9 दिन विश्राम तो उपरंत दक्षिण देश ਵੱਲ ਪਿਆਨਾ ਕਰਨ ਲੱਗਿਆਂ ਬਹੁਤ ਸਾਰੇ ਸਿੰਘਾਂ ਨੂੰ ਵਾਪਸ ਘਰਾਂ ਨੂੰ ਜਾਣ ਦੀਆਂ ਛੁੱਟੀਆਂ ਬਖਸ਼ਣ ਦਾ ਉਪਦੇਸ਼ ਕੀਤਾ। ਸਤਿਗੁਰ ਦੇ ਭਾਣੇ ਵਿੱਚ ਰਹਿਣਾ ਹੈ, ਹੱਕ ਹਲਾਲ ਦੀ ਕਮਾਈ ਕਰਕੇ ਵੰਡ ਛਕਣੀ, ਜ਼ੁਲਮ ਦੇ ਟਾਕਰੇ ਲਈ ਸਦਾ ਤਿਆਰ ਰਹਿਣਾ। ਦੱਖਣੋਂ ਅਸੀਂ ਕਦ ਮੁੜਾਂਗੇ ਜਾਂ ਮੁੜਾਂਗੇ ਵੀ ਕਿ ਨਹੀਂ, ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਜੋ ਆਦੇਸ਼ ਹੁਕਮਨਾਮੇ ਦੇ ਰੂਪ ਵਿੱਚ ਖਾਲਸਾ ਜੀ ਨੂੰ ਪਹੁੰਚੇ, ਉਸ ਦੀ ਪੂਰਤੀ ਲਈ ਤਿਆਰ ਰਹਿਣਾ। ਸ਼ਸਤਰ ਸ਼ਕਤੀ ਦਾ ਰੂਪ ਹਨ, ਤੁਹਾਡੇ ਜਿਸਮ ਦਾ ਅੰਗ ਹਨ, ਇਹ ਦੂਰ ਨਹੀਂ ਕਰਨੇ। ਖਾਲਸੇ ਦੀ ਨਿਤ ਚੜ੍ਹਦੀ ਕਲਾ ਹੋਵੇਗੀ, ਸਵਾਏ ਅਕਾਲ ਪੁਰਖ ਤੋਂ ਕਿਸੇ ਦਾ ਭੈ ਨਹੀਂ ਮੰਨਣਾ। ਹਰ ਕਾਰ ਵਿਹਾਰ ਦਾ ਫੈਸਲਾ ਗੁਰਮਤਿ ਰਾਹੀਂ ਕਰਨਾ, ਆਪਸ ਵਿੱਚ ਇਤਫਾਕ ਰੱਖਣਾ। ਜੰਗ ਯੁੱਧ ਵੇਲੇ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ। ਜਿੱਤ ਜਾਂ ਸ਼ਹਾਦਤ ਤੁਹਾਡਾ ਨਸੀਬ ਹੈ। ਜੰਗ ਵਿੱਚ ਹਾਰਨਾ ਪਾਪ ਨਹੀਂ, ਪਰ ਹਾਰ ਮੰਨ ਜਾਣਾ ਸਭ ਤੋਂ ਵੱਡਾ ਪਾਪ ਹੈ। ਤੁਸੀਂ ਅਕਾਲ ਪੁਰਖ ਦੀ ਫੌਜ ਹੋ। ਜੰਗ ਵਿੱਚ ਵੀ ਸੱਚ ਤੇ ਧਰਮ ਨੂੰ ਹੱਥੋਂ ਨਹੀਂ ਛੱਡਣਾ। ਜੰਗ ਵਿੱਚ ਵੀ ਸੱਚ ਤੇ ਧਰਮ ਨੂੰ ਹੱਥੋਂ ਨਹੀਂ ਛੱਡਣਾ। ਜ਼ਖਮੀ, ਡਿੱਗੇ ਹੋਏ, ਬੱਚੇ, ਬੁੱਢੇ, ਔਰਤ ਤੇ ਜਿਸ ਨੇ ਸ਼ਸਤਰ ਸੁੱਟ ਦਿੱਤੇ ਹੋਣ ਅਤੇ ਮੈਦਾਨੋਂ ਭੱਜ ਨਿਕਲਿਆ ਹੋਵੇ, ਵਾਰ ਨਹੀਂ ਕਰਨਾ। ਲੰਗਰ ਵਿੱਚ ਵਿਤਕਰਾ ਨਾ ਹੋਵੇ ਤੇ ਲੰਗਰ ਨਕਾਰੇ ਦੀ ਚੋਟ ਲਾ ਕੇ ਛਕਾਇਆ ਜਾਵੇ। ਗੁਰੂ ਨਾਨਕ ਸਾਹਿਬ ਦਾ ਲੰਗਰ, ਜਿਸ ਦਾ ਸੰਚਾਲਕ ਖਾਲਸਾ ਹੈ, ਸਾਰੀ ਮਨੁੱਖਤਾ ਲਈ ਹੈ। ਗੁਰੂ ਸਦਾ ਤੁਹਾਡਾ ਸਹਾਈ ਹੋਵੇਗਾ। ਦਮਦਮਾ ਸਾਹਿਬ ਵਿਖੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕੀਤੇ ਗਏ ਸਨ, ਉਹਨਾਂ ਚੋਂ ਇੱਕ ਨਾਲ ਲੈ ਕੇ ਦੱਖਣ ਨੂੰ ਚਾਲੇ ਪਾ ਦਿੱਤੇ। ਕੁਝ ਕੁ ਹਜ਼ੂਰੀ ਸਿੰਘਾਂ ਤੋਂ ਬਿਨਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦਸ਼ਮੇਸ਼ ਪਿਤਾ ਜੀ ਦੇ ਨਾਲ ਰਹੇ। ਬਾਦਸ਼ਾਹ ਬਹਾਦਰ ਸ਼ਾਹ ਆਪਣੇ ਲਸ਼ਕਰ ਨਾਲ ਦੱਖਣ ਵੱਲ ਜਾ ਰਿਹਾ ਸੀ। ਉਹ ਵੀ ਕਈ ਮੰਜ਼ਲਾਂ ਗੁਰੂ ਜੀ ਦੇ ਸਾਥ ਦਾ ਸੁਭਾਗ ਕਰਦਾ ਰਿਹਾ। ਨਦੇੜ ਪਹੁੰਚ ਕੇ ਗੁਰੂ ਮਹਾਰਾਜ ਨੇ ਇੱਥੇ ਟਿਕਾਣਾ ਕੀਤਾ। ਬਾਦਸ਼ਾਹ ਬਹਾਦਰ ਸ਼ਾਹ ਗੁਜਰਾਤ ਵੱਲ ਉੱਠੀ ਬਗਾਵਤ ਨੂੰ ਦਬਾਉਣ ਲਈ ਜਾਣ ਲੱਗਾ। ਦਸ਼ਮੇਸ਼ ਜੀ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ, ਕਿਉਂਕਿ ਉਹ ਸਮਝਦਾ ਸੀ ਕਿ ਜੇ ਗੁਰੂ ਘਰ ਨਾਲ ਕੀਤੇ ਕੌਲ ਤੋਂ ਉਹ ਫਿਰ ਗਿਆ ਹੈ ਅਤੇ ਗੁਰੂ ਸਾਹਿਬ ਪਿੱਛੇ ਰਹਿ ਕੇ ਕਿਤੇ ਕੋਈ ਫਸਾਦ ਨਾ ਖੜਾ ਕਰ ਦੇਣ। ਪਰ ਇਹ ਉਸ ਦੀ ਸਰਾਸਰ ਭੁੱਲ ਸੀ, ਜਿਵੇਂ ਕਿ ਪਿੱਛੋਂ ਹਾਲਾਤ ਨੇ ਸਿੱਧ ਕਰ ਦਿੱਤਾ। ਬਾਦਸ਼ਾਹ ਦਾ ਤੌਖਲਾ ਦੂਰ ਕੀਤਾ ਤੇ ਉਹ ਅੱਗੇ ਤੁਰ ਗਿਆ। ਨਦੇੜ ਵਿਖੇ ਇੱਕ ਇਤਿਹਾਸਕ ਘਟਨਾ ਵਾਪਰੀ, ਜਿਸ ਨੇ ਸਮੇਂ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ। ਮਾਧੋ ਦਾਸ ਬੈਰਾਗੀ ਦੇ ਨਸੀਬ ਜਾਗ ਪਏ। ਭਟਕਦੀ ਰੂਹ ਨੂੰ ਸੱਚਾ ਮੁਰਸ਼ਿਦ ਮਿਲ ਗਿਆ। ਅੰਮ੍ਰਿਤ ਦੀ ਦਾਤ ਪਾ ਕੇ ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣ ਗਿਆ। ਦੁਨੀਆ ਤੋਂ ਅਟੰਕ ਹੋ ਕੇ ਅਰਥਹੀਨ ਜੀਵਨ ਬਿਤਾਉਣ ਵਾਲਾ ਖਾਲਸੇ ਦਾ ਸਿਰਮੌਰ ਜਥੇਦਾਰ ਬਣਾਇਆ ਗਿਆ। ਕੱਲ ਜੋ ਸਾਧਾਂ ਸੰਤਾਂ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਦੁਆਰਾ ਕੁਝੇ ਮਖੌਲਾਂ, ਮਸ਼ਕੂਲਿਆਂ ਤੇ ਭੈੜੀਆਂ ਹਰਕਤਾਂ ਕਾਰਨ ਕਾਂਬਾ ਚੜਾਈ ਰੱਖਦਾ ਸੀ, ਅੱਜ ਉਹਨਾਂ ਨੂੰ ਉਭਾਰਨ ਲਈ ਉਹਨਾਂ ਦਾ ਸੇਵਕ ਤੇ ਰੱਖਿਅਕ ਬਣ ਗਿਆ। ਜ਼ਿੰਦਗੀ ਦੀ ਘੋਰ ਧੂੜ ਵਿੱਚ ਰੁਲਦਾ ਲੋਹੇ ਦਾ ਨਿਮਾਣਾ ਟੁਕੜਾ ਪਾਰਸ ਦੀ ਇੱਕ ਸ਼ੋਅ ਨਾਲ ਸਵਰਨ ਬਣ ਗਿਆ। ਬੇਅਰਥ ਜੀਵਨ ਪਰਮਾਰਥੀ ਜੀਵਨ ਵਿੱਚ ਬਦਲ ਗਿਆ। ਇਸ ਜੀਵਨ ਪਲਟੇ ਨੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡੇ ਪਰਿਵਰਤਨ ਦਾ ਮੁੱਢ ਬੰਨ੍ਹ ਦਿੱਤਾ। ਜ਼ੁਲਮ ਦੇ ਖਲਵਾੜੇ ਨੂੰ ਚੰਗਿਆੜਾ ਲੱਗ ਗਿਆ, ਭੰਬਾਕਾ ਉੱਠਿਆ ਤੇ ਪਲ ਭਰ ਵਿੱਚ ਸਾਰਾ ਖਲਵਾੜਾ ਸੜ ਕੇ ਸੁਆਹ ਦਾ ਢੇਰ ਬਣ ਕੇ ਰਹਿ ਗਿਆ। ਪੰਜਾਬ ਦੇ ਹਾਲਾਤ ਪਹਾੜੀ ਰਾਜਿਆਂ ਤੇ ਮੁਗਲ ਹਾਕਮਾਂ ਦੀਆਂ ਵਧੀਕੀਆਂ ਦੇ ਭਾਂਬੜਾਂ ਨੂੰ ਬੁਝਾਉਣ ਲਈ ਗੁਰੂ ਪਰਿਵਾਰ ਦਾ ਬਲੀਦਾਨ, ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ ਦੀ ਵਿਥਿਆ ਸਿੰਘਾਂ ਪਾਸੋਂ ਸੁਣ ਕੇ ਬੰਦਾ ਸਿੰਘ ਭਖ ਕੇ ਤਾਂਬੇ ਵਾਂਗ ਸੁਰਖ ਹੋ ਗਿਆ। ਹੁਣ ਨਦੇੜ ਵਿਖੇ ਹੋਰ ਅਟਕਣਾ ਉਸ ਦੇ ਵੱਸ ਚੋਂ ਬਾਹਰ ਹੋ ਚੁੱਕਾ ਸੀ। ਉਸ ਦੇ ਦਿਲ ਚੋਂ ਹੂਕ ਉੱਠ ਰਹੀ ਸੀ ਕਿ ਗੁਰੂ ਘਰ ਦੇ ਦੋਖੀ ਤੇ ਮਜ਼ਲੂਮ ਨਿਰਬਲਾਂ ਤੇ ਅਕਹਿ ਅਤਿਆਚਾਰ ਕਰਨ ਵਾਲੇ ਜਿਉਂਦੇ ਹਨ ਤੇ ਦਨ ਦਨਾਉਂਦੇ ਫਿਰਦੇ ਹਨ। ਧ੍ਰਿਗ ਹੈ ਮੇਰਾ ਜਿਉਣਾ, ਜੇ ਇੱਕ ਇੱਕ ਦੁਸ਼ਟ ਨੂੰ ਫੜ ਕੇ ਕੀਤੀ ਦਾ ਫਲ ਨਾ ਭੁਗਤਾਵਾਂ। ਮੈਂ ਕਲਗੀਧਰ ਤੋਂ ਅੰਮ੍ਰਿਤ ਪਾਨ ਕਰਕੇ ਸਿੰਘ ਸਜਿਆ ਹਾਂ, ਮੈਂ ਅੰਮ੍ਰਿਤ ਨੂੰ ਲਾਜ ਨਹੀਂ ਲਾਵਾਂਗਾ। ਬਸ ਇੱਕ ਹੀ ਸਿੱਖ ਹੈ ਕਿ ਮੇਰਾ ਮਾਲਕ ਆਪਣੇ ਬੰਦੇ ਨੂੰ ਆਗਿਆ ਬਖਸ਼ੇ ਤੇ ਅਸੀਸ ਦੇ ਕੇ ਪੰਜਾਬ ਵੱਲ ਤੋਰ ਦੇਵੇ। ਦਿਲ ਦੇ ਵਲਵਲੇ ਸ਼ਬਦਾਂ ਦਾ ਰੂਪ ਧਾਰ ਕੇ ਜ਼ੁਬਾਨ ਤੇ ਆਏ।
बड़ी निमरता नाल दशमेश जी दे हजूर अरजोई कीती कि दाता जी, जिथे अमृत दीआं दातां बख्श के सिंह जीवन बख्शिया ते अपने बलकार खालसे विच अभेद कर लिया, हुण थापड़ा दे के आग्या बख्शो ते पंजाब वल तोरो, तां जो मैं डुੱਲੇ पवित्र खून ते अनेकां शहीदां दा खून डोलण वालियां दी सुधाई कर सकां। दिल नहीं चाहुंदा आप जी दे चरनां तो पल लई भी परे होवां, पर पंजाब दी धरती ते डुੱਲਿਆ मेरे शहीद वीरां दा खून मैनू वंगार रिहा है। आप दी बख्शिश नाल मैं मुगलां दी आकड़ ते सीना जोरी नूं तेग दी धार ते तोल दियांगा। वैराग ने जीवन चों सत्या कढ के अधमोया करके मिट्टी विच रला छड्डिया सी, हुण अमृत दी रहमत ने मेरे मुर्दा जिस्म विच तूफान पैदा कर दिता है। इस विच लखां बिजलियां गरज रहीआं हन। ਇਹ ਤੂਫਾਨ ਹੁਣ ਨਦੇੜ ਵੇਖੇ ਰੁਕਣ ਵਾਲਾ ਨਹੀਂ, ਇਹ ਇਥੋਂ ਉੱਠ ਕੇ ਪੰਜਾਬ ਤੇ ਝੁੱਲੇਗਾ। ਇਸ ਵਿੱਚ ਚਮਕਦੀਆਂ ਗਰਜਦੀਆਂ ਬਿਜਲੀਆਂ ਦੁਸ਼ਟਾਂ ਦੇ ਹੰਕਾਰੀ ਸਿਰਾਂ ਤੇ ਟੁੱਟਣਗੀਆਂ। ਮੇਰੇ ਮਾਲਕ ਮਿਹਰ ਕਰੋ ਤੇ ਆਗਿਆ ਬਖਸ਼ੋ। ਗੁਰੂ ਜੀ ਨੇ ਪ੍ਰਸੰਨ ਹੋ ਕੇ ਅਸੀਸ ਦਿੱਤੀ। ਉਸ ਨੂੰ ਉਸ ਦੇ ਸਾਰੇ ਫਰਜ਼ ਸਮਝਾਏ। ਆਪਣੇ ਭੱਥੇ ਚੋਂ 5 ਤੀਰ ਬਖਸ਼ੇ। ਸ੍ਰੀ ਸਾਹਿਬ ਨਿਸ਼ਾਨ ਤੇ ਨਗਾਰਾ ਦੇ ਕੇ ਬਖਸ਼ਿਸ਼ਾਂ ਦੀ ਮਹਿਰਮਤ ਕੀਤੀ। ਨਸੀਹਤ ਕੀਤੀ ਕਿ ਹਰ ਫੈਸਲਾ ਮੁਖੀ ਪੰਜਾਂ ਸਿੰਘਾਂ ਨਾਲ ਗੁਰਮਤਾ ਕਰਕੇ ਲੈਣਾ ਹੈ, ਖਾਲਸੇ ਦੇ ਅਧੀਨ ਰਹਿਣਾ ਹੈ। ਆਪਣੇ ਆਪ ਨੂੰ ਖਾਲਸਾ ਜੀ ਤੋਂ ਉੱਚਾ ਨਹੀਂ ਸਮਝਣਾ, ਨਾ ਹੀ ਖਾਲਸੇ ਦੀ ਮਰਜ਼ੀ ਦੇ ਉਲਟ ਕੋਈ ਕਦਮ ਚੁੱਕਣਾ ਹੈ। ਖਾਲਸੇ ਦੇ ਸਮਾਨ ਬੈਠਣਾ ਹੈ, ਉਚੇਰੀ ਥਾਂ ਤੇ ਨਹੀਂ ਬੈਠਣਾ। ਵਾਹਿਗੁਰੂ ਸਦਾ ਅੰਗ ਸੰਗ ਹੋਵੇਗਾ। ਬੰਦਾ ਸਿੰਘ ਜਦ ਨਦੇੜੋਂ ਚੱਲਿਆ ਤਾਂ ਸਾਰਾ 26 ਸਿੰਘਾਂ ਦਾ ਜਥਾ ਸੀ। 25 ਸਿੰਘ ਤੇ 26ਵਾਂ ਆਪ, ਬਾਬਾ ਵਿਨੋਦ ਸਿੰਘ, ਕਾਨ ਸਿੰਘ, ਬਾਲ ਸਿੰਘ, ਫਤਿਹ ਸਿੰਘ, ਰਾਮ ਸਿੰਘ ਤੇ ਸੁੱਖਾ ਸਿੰਘ, ਉੱਗੇ ਸਿੰਘ ਇਹਨਾਂ ਵਿੱਚ ਸ਼ਾਮਲ ਸਨ। ਇਹ ਜਥਾ ਮਾਰੋ ਮਾਰ ਕਰਦਾ ਹੋਇਆ ਪੜਾਓ ਪੜਾਈ ਸ਼ਹਿਰ ਖਰਖੋਡਾ ਪਾਸ ਪਿੰਡ ਖੰਡਾ ਤੇ ਨਿਹਰੀ ਦਰਮਿਆਨ, ਜੋ ਦਿੱਲੀੋਂ ਲਹਿੰਦੇ ਦੱਖਣ ਵਿੱਚ ਕੁਝ ਫਾਸਲੇ ਤੇ ਸੀ, ਵਿਖੇ ਜਾ ਪੜਾ ਕੀਤਾ। ਇਥੋਂ ਮਾਝੇ ਮਾਲਵੇ ਦੁਆਬੇ ਨੂੰ ਪਰਵਾਨੇ ਤੋਰੇ ਕਿ ਸਿੰਘ ਸ਼ਸਤਰ ਬੱਧ ਹੋ ਕੇ ਜਲਦੀ ਤੋਂ ਜਲਦੀ ਆ ਮਿਲਣ। ਮੁਕਤਸਰ ਸਾਹਿਬ ਦੀ ਲੜਾਈ ਤੋਂ ਪਿੱਛੋਂ ਜਦੋਂ ਦਸ਼ਮੇਸ਼ ਜੀ ਕੁਝ ਸਮਾਂ ਤਲਵੰਡੀ ਸਾਬੋ ਕੀ ਰਹਿ ਕੇ ਦੱਖਣ ਨੂੰ ਚਲੇ ਗਏ ਸਨ ਤੇ ਸਿੰਘਾਂ ਨੂੰ ਖੁਸ਼ੀਆਂ ਬਖਸ਼ ਕੇ ਘਰਾਂ ਨੂੰ ਤੋਰ ਗਏ ਸਨ, ਬਸ ਇਸੇ ਸੁਨੇਹੇ ਦੀ ਉਡੀਕ ਵਿੱਚ ਸਨ ਜੋ ਬੰਦਾ ਸਿੰਘ ਦੇ ਭੇਜੇ ਆਦਮੀਆਂ ਨੇ ਆਣ ਦਿੱਤਾ। ਬਸ ਫਿਰ ਦੇਰ ਕਾਹਦੀ ਸੀ, ਵਹੀਰਾਂ ਘੱਤ ਕੇ ਸਿੰਘ ਆਣ ਮਿਲੇ। ਮਾਝੇ ਦਿਆਂ ਸਿੰਘਾਂ ਨੂੰ ਕੁਝ ਔਖ ਆਈ, ਕਿਉਂਕਿ ਸੂਬਾ ਸਰਹੰਦ ਤੇ ਮਲੇਰ ਕੋਟਲੀਆਂ ਦੀਆਂ ਰਲਵੀਆਂ ਫੌਜਾਂ ਨੇ ਰਸਤੇ, ਖਾਸ ਕਰਕੇ ਦਰਿਆ ਸਤਲੁਜ ਦੇ ਪੱਤਣ ਰੋਕੇ ਹੋਏ ਸਨ। ਇਹ ਸਿੰਘ ਕਈ ਔਕੜਾਂ ਝਾਕਦੇ ਹੋਏ ਕੀਰਤਪੁਰ ਪਹੁੰਚੇ। ਇੱਥੋਂ ਅੱਗੇ ਵੱਧ ਕੇ ਰੋਪੜ ਲਾਗਿਓਂ ਦਰਿਆ ਸਤਲੁਜ ਟੱਪ ਕੇ ਵੈਰੀ ਨੂੰ ਮਾਰਦੇ ਕੱਟਦੇ ਹੋਏ ਬਨੂੜ ਤੇ ਖਰੜ ਵਿਚਕਾਰ ਬੰਦਾ ਸਿੰਘ ਨੂੰ ਜਾ ਮਿਲੇ। ਇਸ ਵੇਲੇ ਤੀਕ ਬੰਦਾ ਸਿੰਘ ਇਸਮਾਇਲਾਬਾਦ, ਮੁਸਤਫਾਬਾਦ, ਸਢੌਰਾ, ਕਪੂਰੀ, ਅਜ਼ੀਜ਼ਾਬਾਦ ਵਗੈਰਾ ਦੀ ਸੁਧਾਈ ਕਰ ਚੁੱਕਾ ਸੀ। ਹੁਣ ਵਾਰੀ ਆਈ ਸਰਹੰਦ ਦੀ। ਭੂਰੀਆਂ ਵਾਲੇ ਰਾਜੇ ਕੀਤੇ ਭਾਗ ਤੀਜਾ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।